ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ। ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਣੀ ਐਗਜ਼ਾਮ ਦੀ ਪ੍ਰੈਪਰੇਸ਼ਨ ਬਹੁਤ ਅੱਛੇ ਤਰੀਕੇ ਨਾਲ ਕਰ ਰਹੇ ਹੋਵੋਗੇ। ਸੋ ਜਿਵੇਂ ਸਭ ਨੂੰ ਪਤਾ ਹੋਏਗਾ ਕਿ ਪਟਵਾਰੀ ਦੇ ਐਡਮਿਟ ਕਾਰਡ ਵੀ ਆਊਟ ਹੋ ਚੁੱਕੇ ਨੇ ਤੇ ਸਭ ਦੀ ਹੀ ਤਿਆਰੀ ਪਟਵਾਰੀ ਦੇ ਲਈ ਜੋਰਾਂ ਸ਼ੋਰਾਂ ਦੇ ਨਾਲ ਚੱਲਦੀ ਹੋਵੇਗੀ। ਸੋ ਆਪਣਾ ਲਾਸਟ ਟਾਈਮ ਦੇ ਉੱਤੇ ਆਪਣੀ ਇੱਕ ਆਪਾਂ ਪੰਜਾਬੀ ਗ੍ਰਾਮਰ ਜੋ ਸਭ ਨੂੰ ਪਤਾ ਹੈ ਕਿ ਪੰਜਾਬੀ ਵਿਆਕਰਨ ਜਾਂ ਪੰਜਾਬੀ ਦਾ ਇੱਕ ਪੇਪਰ ਹੈ ਜੋ 50 ਮਾਰਕਸ ਦਾ ਅਲੱਗ ਤੋਂ ਹੋਏਗਾ। ਕਹਿਣ ਦਾ ਭਾਵ ਕਿ 50 ਨੰਬਰ ਦੇ ਜੋ ਪੰਜਾਬੀ ਦੇ ਕੁਐਸਚਨਸ ਨੇ ਉਹ ਤੁਹਾਡਾ ਪਾਰਟ ਏ ਦੇ ਵਿੱਚ ਤੁਹਾਡੇ ਜੋ ਪੇਪਰ ਕੰਡਕਟ ਹੋਏਗਾ ਉਸ ਦੇ ਵਿੱਚ ਕੰਡਕਟ ਹੋਣਗੇ ਤੇ 10 ਤੋਂ 12 ਕੁਐਸਚਨ ਤੁਹਾਡੇ ਜੋ ਇਹ ਤਾਂ 50 ਦਾ ਕੁਆਲੀਫਾਈ ਨੇਚਰ ਵਾਲੇ ਹੋਗੇ ਤੇ 10 ਤੋਂ 12 ਕੁਐਸਚਨ ਜੋ ਤੁਹਾਡੇ ਪੇਪਰ ਦੇ ਵਿੱਚ ਹੋਣਗੇ। ਸੋ ਇਹਨਾਂ ਨੰਬਰਸ ਨੂੰ ਆਪਾਂ ਸਿਕਿਉਰ ਕਰਨ ਦੇ ਲਈ ਕੁਝ ਕੁਆਲੀਫਾਈ ਨੇਚਰ ਵਾਲੇ ਨੰਬਰ ਤੇ ਕੁਝ ਜੋ ਸਾਡੇ ਐਗਜ਼ਾਮ ਦੇ ਵਿੱਚ ਜੋੜੇ ਜਾਣਗੇ ਉਹਨਾਂ ਨੰਬਰਾਂ ਨੂੰ ਸਿਕਿਉਰ ਕਰਨ ਦੇ ਲਈ ਆਪਾਂ ਕੁਝ ਲਾਸਟ ਮੂਮੈਂਟਸ ਦੇ ਉੱਤੇ ਰਿਵੀਜ਼ਨ ਦੇ ਲਈ ਇੱਕ ਸੈਸ਼ਨ ਸਟਾਰਟ ਕੀਤਾ ਜਾ ਰਿਹਾ ਹੈ ਜੋ ਕਿ ਤੁਹਾਡੇ ਪੰਜਾਬੀ ਦੇ ਪੇਪਰ ਦੇ ਲਈ ਜਾਂ ਕਹਿ ਦਿਓ ਕਿ ਪੰਜਾਬੀ ਦੇ ਕੁਐਸਚਨਸ ਦੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ। ਸੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਇਸ ਸੈਸ਼ਨ ਨੂੰ ਤੇ ਅੱਜ ਫਸਟਲੀ ਆਪਾਂ ਕੁਝ ਵਨ ਲਾਈਨਰ ਕੁਐਸਚਨਸ ਲੈ ਕੇ ਆਏ ਹਾਂ ਜੋ ਕਿ ਤੁਹਾਨੂੰ ਨਾਰਮਲੀ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਹੋਣਗੇ ਕਿ ਜਿਨ੍ਹਾਂ ਨੂੰ ਆਪਾਂ ਬਹੁਤ ਈਜ਼ੀ ਸਮਝ ਕੇ ਛੱਡ ਜਾਂਦੇ ਹਾਂ ਕਿ ਇਹ ਤਾਂ ਸਾਨੂੰ ਆਉਂਦਾ ਹੀ ਹੈ। ਬਟ ਸਮਟਾਈਮ ਆਪਸ਼ਨਸ ਕੀ ਹੁੰਦੇ ਨੇ ਟਵਿਨਸ ਵਾਂਗ ਹੁੰਦੇ ਨੇ ਕਿ ਸਾਰੇ ਦੇ ਸਾਰੇ ਹੀ ਆਪਸ਼ਨ ਸਾਨੂੰ ਸੇਮ ਲੱਗਦੇ ਨੇ ਤਾਂ ਜਿਸ ਦੀ ਵਜ੍ਹਾ ਨਾਲ ਆਪਾਂ ਅੱਛੇ ਤਰੀਕੇ ਦੇ ਨਾਲ ਐਗਜ਼ਾਮ ਦੇ ਵਿੱਚ ਕੁਐਸਚਨਸ ਨੂੰ ਸਹੀ ਆਨਸਰ ਨੂੰ ਟਿਕ ਨਹੀਂ ਕਰ ਪਾਉਂਦੇ। ਅੱਜ ਆਪਾਂ ਵਨ ਲਾਈਨਰ ਲੈ ਕੇ ਆਏ ਹਾਂ ਕਿ ਸਾਨੂੰ ਪਤਾ ਹੋਵੇ ਕਿ ਇਹ ਚੀਜ਼ ਅਸੀਂ ਐਗਜ਼ੈਕਟਲੀ ਇਹੀ ਚੀਜ਼ ਪੜ੍ਹੀ ਹੋਈ ਹੈ ਤੇ ਉਹਨੂੰ ਸਿੱਧਾ ਦੇਖਦੇ ਸਾਰ ਟਾਈਮ ਵੇਸਟ ਨਾ ਕਰਦੇ ਹੋਏ ਉਹਨੂੰ ਟਿਕ ਲਗਾ ਸਕੀਏ। ਸੋ ਲੈਟਸ ਸਟਾਰਟ। ਆਪਾਂ ਸਟਾਰਟ ਕਰਦੇ ਹਾਂ ਅੱਜ ਦਾ। ਸਭ ਤੋਂ ਪਹਿਲੀ ਲਾਈਨ ਕੀ ਕਹਿ ਰਹੀ ਹੈ ਕਹਿੰਦੇ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਵਰਤੇ ਜਾਣ ਵਾਲੇ ਨਿਯਮਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ। ਕਹਿੰਦੇ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਲਿਖਣ ਬੋਲਣ ਜਾਂ ਸਮਝਣ ਦੇ ਲਈ ਜਿਨ੍ਹਾਂ ਸਮੂਹ ਨੂੰ ਜਿਨ੍ਹਾਂ ਨਿਯਮਾਂ ਨੂੰ ਆਪਾਂ ਕਹਿੰਦੇ ਆ ਨਾ ਕੁਝ ਪੜ੍ਹਨ ਤੋਂ ਪਹਿਲਾਂ ਸਾਨੂੰ ਇਸ ਦੇ ਕੁਝ ਰੂਲ ਰੈਗੂਲੇਸ਼ਨਸ ਪਤਾ ਹੋਣੇ ਚਾਹੀਦੇ ਨੇ। ਕਹਿੰਦੇ ਕਿਸੇ ਭਾਸ਼ਾ ਨੂੰ ਲਿਖਣ ਦੇ ਲਈ ਜਿਨ੍ਹਾਂ ਨਿਯਮਾਂ ਨੂੰ ਫੋਲੋ ਕੀਤਾ ਜਾਂਦਾ ਉਸ ਸਮੂਹ ਨੂੰ ਕੀ ਕਿਹਾ ਜਾਂਦਾ ਵਿਆਕਰਨ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਜੀ ਉਸਨੂੰ ਵਿਆਕਰਨ ਕਿਹਾ ਜਾਂਦਾ ਹੈ। ਸੋ ਬਹੁਤ ਈਜ਼ੀ ਹੈ ਤੇ ਬਹੁਤ ਵਾਰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਿਆ ਵੀ ਹੋਏਗਾ। ਨੈਕਸਟ ਹੈ ਕਹਿੰਦੇ ਵਿਆਕਰਨ ਦੇ ਨਿਯਮ ਸਥਿਰ ਹੁੰਦੇ ਹਨ ਜਾਂ ਗਤੀਸ਼ੀਲ ਕਿ ਰੂਲਸ ਤੇ ਰੈਗੂਲੇਸ਼ਨ ਸਥਿਰ ਹੁੰਦੇ ਨੇ ਇੱਕੋ ਜਿਹੇ ਰਹਿੰਦੇ ਨੇ ਕਿ ਟਾਈਮ ਟੂ ਟਾਈਮ ਬਦਲਦੇ ਰਹਿੰਦੇ ਨੇ। ਬਹੁਤ ਸਿੰਪਲ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦੇ ਨੇ ਕਿ ਵਿਆਕਰਨ ਦੇ ਜੋ ਨਿਯਮ ਨੇ ਉਹ ਕੀ ਰਹਿੰਦੇ ਨੇ ਸਥਿਰ ਰਹਿੰਦੇ ਨੇ ਉਹ ਗਤੀਸ਼ੀਲ ਨਹੀਂ ਹੁੰਦੇ ਬਦਲਦੇ ਨਹੀਂ ਰਹਿੰਦੇ। ਨੈਕਸਟ ਹੈ ਤੀਸਰਾ ਪੁਆਇੰਟ ਹੈ ਜੀ ਭਾਸ਼ਾ ਸਥਿਰ ਹੁੰਦੀ ਹੈ ਜਾਂ ਗਤੀਸ਼ੀਲ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਸ਼ਾ ਕੀ ਹੁੰਦੀ ਹੈ ਗਤੀਸ਼ੀਲ ਹੁੰਦੀ ਹੈ। ਅੱਜ ਹੀ ਜੋ ਵੈਟਨਰੀ ਇੰਸਪੈਕਟਰ ਦਾ ਜੋ ਪੇਪਰ ਹੋਇਆ ਸੀ ਉਹਦੇ ਵਿੱਚ ਕੁਐਸਚਨ ਆਇਆ ਸੀ ਭਾਸ਼ਾ ਤੇ ਸੱਭਿਆਚਾਰ ਕੀ ਨੇ ਕੀ ਇਹ ਹਰ ਸਮੇਂ ਸੇਮ ਰਹਿੰਦੇ ਨੇ ਕੀ ਇਹ ਟਾਈਮ ਟੂ ਟਾਈਮ ਬਦਲਦੇ ਰਹਿੰਦੇ ਨੇ। ਸੋ ਜੇ ਸਾਨੂੰ ਪਤਾ ਹੈ ਕਿ ਭਾਸ਼ਾ ਗਤੀਸ਼ੀਲ ਹੁੰਦੀ ਹੈ ਤਾਂ ਅਸੀਂ ਉਸ ਕੁਐਸਚਨ ਦਾ ਆਨਸਰ ਬਹੁਤ ਈਜ਼ੀਲੀ ਕਰ ਸਕਦੇ ਸੀ। ਨੈਕਸਟ ਹੈ ਤਾਂ ਪਤਾ ਹੋਣਾ ਚਾਹੀਦਾ ਕਿ ਜੋ ਨਿਯਮ ਨੇ ਵਿਆਕਰਨ ਦੇ ਉਹ ਸੇਮ ਰਹਿਣਗੇ ਬਟ ਜੋ ਭਾਸ਼ਾ ਉਹ ਕੀ ਰਹੇਗੀ ਗਤੀਸ਼ੀਲ ਹੈ ਸਾਡੀ। ਨੈਕਸਟ ਹੈ ਕਹਿੰਦੇ ਪੰਜਾਬੀ ਵਿਆਕਰਨ ਦੇ ਕਿਹੜੇ 4 ਭਾਗ ਹੁੰਦੇ ਹਨ। ਫਸਟ ਕੁਐਸਚਨ ਕੀ ਕਲੀਅਰ ਹੋਇਆ ਕਿ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ ਤਾਂ ਪਤਾ ਲੱਗਿਆ ਕਿ ਵਿਆਕਰਨ ਦੇ 4 ਭਾਗ ਹੁੰਦੇ ਹਨ। ਹੁਣ ਦੇਖਾਂਗੇ ਕਈ ਵਾਰ ਕੁਐਸਚਨ ਦੇ ਵਿੱਚ ਪੁੱਛਿਆ ਜਾ ਸਕਦਾ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੇ ਵਿਆਕਰਨ ਦੇ ਭਾਗ ਹਨ ਤਾਂ ਪਤਾ ਹੋਣਾ ਚਾਹੀਦੇ ਨੇ ਵਿਆਕਰਨ ਦੀ ਸਭ ਤੋਂ ਜਿਹੜੀ ਛੋਟੀ ਇਕਾਈ ਹੁੰਦੀ ਹੈ ਉਹ ਕੀ ਹੁੰਦੀ ਹੈ ਧੁਨੀ ਹੁੰਦੀ ਹੈ। ਠੀਕ ਹੈ ਜੀ। ਸੋ ਸਭ ਤੋਂ ਪਹਿਲਾ ਭਾਗ ਹੈ ਜੀ ਧੁਨੀ ਬੋਧ ਦੈਨ ਸ਼ਬਦ ਬੋਧ ਫਿਰ ਅਰਥ ਬੋਧ ਤੇ ਫਿਰ ਵਾਕ ਬੋਧ। ਸਭ ਤੋਂ ਛੋਟੀ ਇਕਾਈ ਧੁਨੀ ਹੋਏਗੀ ਫਿਰ ਸ਼ਬਦ ਬਣੇਗਾ ਫਿਰ ਵਾਕ ਬਣੇਗਾ ਤੇ ਵਾਕ ਤੋਂ ਬਾਅਦ ਉਹਦਾ ਕੀ ਦੇਖਿਆ ਜਾਏਗਾ ਅਰਥ ਦੇਖਿਆ ਜਾਏਗਾ। ਸੋ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ 4 ਭਾਗ ਹੁੰਦੇ ਹਨ। ਸੋ ਨੈਕਸਟ ਦੇਖੋ ਕਹਿੰਦੇ ਧੁਨੀ ਬੋਧ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ। ਵਿਆਕਰਨ ਦੇ 4 ਭਾਗ ਜਿਨ੍ਹਾਂ ਦੇ ਵਿੱਚੋਂ ਇੱਕ ਧੁਨੀ ਬੋਧ ਹੈ ਇੱਕ ਵਾਕ ਬੋਧ ਹੈ ਇੱਕ ਅਰਥ ਤੇ ਇੱਕ ਕੀ ਹੈ ਸ਼ਬਦ ਬੋਧ ਹੈ। ਸੋ ਕਿਹੜੇ ਕਿਹੜੇ ਸੀ ਜੀ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ। ਹੁਣ ਪੁੱਛਿਆ ਗਿਆ ਕਿ ਧੁਨੀ ਬੋਧ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਧੁਨੀ ਬੋਧ ਨੂੰ ਅੱਖਰ ਬੋਧ ਜਾਂ ਵਰਣ ਬੋਧ ਵੀ ਕਿਹਾ ਜਾਂਦਾ ਹੈ। ਸਭ ਨੂੰ ਪਤਾ ਹੋਏਗਾ ਕਿ ਕਿਸੇ ਭਾਸ਼ਾ ਨੂੰ ਲਿਖਣ ਦੇ ਲਈ ਵਿਆਕਰਨ ਨੂੰ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ ਜੋ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਨੇ ਉਹਨਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਇੱਕ ਅਲਫਾਬੈਟ ਲਿਖਿਆ ਜਾਂਦਾ ਇੱਕ ਅੱਖਰ ਲਿਖਿਆ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਉਸਨੂੰ ਧੁਨੀ ਕਹਿ ਦਿੱਤਾ ਜਾਂਦਾ ਹੈ। ਸੋ ਧੁਨੀ ਬੋਧ ਨੂੰ ਆਪਾਂ ਅੱਖਰ ਬੋਧ ਜਾਂ ਵਰਣ ਬੋਧ ਕਿਹਾ ਜਾ ਸਕਦੇ ਹਾਂ। ਠੀਕ ਹੈ ਧੁਨੀ ਦਾ ਮਤਲਬ ਵੀ ਅੱਖਰ ਹੈ ਤੇ ਵਰਣ ਦਾ ਮਤਲਬ ਵੀ ਇੱਕ ਅੱਖਰ ਹੈ ਇੱਕ ਅਲਫਾਬੈਟ ਹੈ। ਨੈਕਸਟ ਹੈ ਕਹਿੰਦੇ
ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ? ਤੇ ਇਹ ਤਾਂ ਸਭ ਨੂੰ ਪਤਾ ਹੈ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੁੰਦੀ ਹੈ? ਧੁਨੀ ਹੁੰਦੀ ਹੈ। ਕੁਐਸਚਨ ਬਹੁਤ ਵਾਰ ਪੰਜਾਬ ਦੇ ਪੇਪਰਾਂ ਦੇ ਵਿੱਚ ਆਇਆ ਹੋਇਆ ਹੈ। ਨੈਕਸਟ ਹੈ ਜੀ, ਕਹਿੰਦੇ 7th ਪੁਆਇੰਟ ਹੈ ਸਾਡਾ, ਕਹਿੰਦੇ ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਕੀ ਬਣਦਾ ਹੈ? ਕਹਿੰਦੇ ਜਦੋਂ ਦੋ ਅਲਫਾਬੈਟ, ਕੋਈ ਕਿੰਨੇ ਵੀ ਅਲਫਾਬੈਟ ਮਿਲ ਕੇ, ਠੀਕ ਹੈ, ਧੁਨੀਆਂ ਜਾਂ ਫਿਰ ਵਰਨ ਜਾਂ ਫਿਰ ਅੱਖਰ ਮਿਲ ਕੇ ਕੀ ਬਣਾਉਂਦੇ ਹਨ? ਸ਼ਬਦ ਬਣਾਉਂਦੇ ਹਨ। ਠੀਕ ਹੈ ਜੀ, ਜਿਵੇਂ ਦੱਦਾ ਤੇ ਤੱਤਾ, ਠੀਕ ਹੈ ਜੀ, ਦੱਦਾ ਤੇ ਤੱਤਾ ਦੋ ਕੀ ਨੇ? ਇਹ ਦੋ ਵਰਨ ਨੇ ਜਾਂ ਦੋ ਧੁਨੀਆਂ ਨੇ ਜਾਂ ਦੋ ਅੱਖਰ ਨੇ। ਜਦੋਂ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਦਿੱਤਾ ਜਾਵੇ ਤਾਂ ਇੱਕ ਕੀ ਬਣ ਜਾਏਗਾ? ਸ਼ਬਦ ਬਣ ਜਾਏਗਾ, ਦੱਦਾ ਤੱਤਾ ਦੱਤ। ਠੀਕ ਹੈ, ਸੋ ਨੈਕਸਟ ਹੈ ਜੀ, ਕਹਿੰਦੇ 8th ਪੁਆਇੰਟ ਹੈ, ਕਹਿੰਦੇ ਧੁਨੀ ਦੇ ਲਿਖਤੀ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਲਿਖਤੀ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਧੁਨੀ ਦੇ ਲਿਖਤੀ ਚਿੰਨ੍ਹਾਂ ਨੂੰ ਅੱਖਰ ਕਿਹਾ ਜਾਂਦਾ ਹੈ। ਨੈਕਸਟ ਹੈ, ਕਹਿੰਦੇ ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ, ਉਹ ਕੀ ਅਖਵਾਉਂਦਾ ਹੈ? ਕਹਿੰਦੇ ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ, ਉਹ ਕੀ ਕਹਿਲਾਉਂਦਾ ਹੈ? ਸ਼ਬਦ ਬੋਧ ਅਖਵਾਉਂਦਾ ਹੈ। ਨੈਕਸਟ ਹੈ, ਕਹਿੰਦੇ ਅਰਥ ਬੋਧ ਦਾ ਕੀ ਭਾਵ ਹੈ? ਅਰਥ ਦਾ ਸਾਨੂੰ ਪਤਾ ਹੀ ਹੈ ਕਿ ਕਿਸੇ ਚੀਜ਼ ਦੀ ਆਪਾਂ ਨੂੰ ਐਕਸਪਲੇਨੇਸ਼ਨ ਮਿਲਣੀ। ਕਹਿੰਦੇ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਸਹੀ ਵਿਆਖਿਆ, ਜਿਨ੍ਹਾਂ ਤੋਂ ਵਿਆਖਿਆ ਦਾ ਪਤਾ ਲੱਗੇ। ਨੈਕਸਟ ਹੈ, ਕਹਿੰਦੇ ਅਰਥ ਬੋਧ ਵਿੱਚ ਕਿਸ ਦੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ? ਅਰਥ ਬੋਧ ਦੇ ਵਿੱਚ ਬਹੁ ਅਰਥਕ, ਸਮਾਨਾਰਥਕ, ਬਹੁਤੇ ਸ਼ਬਦਾਂ ਦੀ ਇੱਕ ਥਾਂ ਸ਼ਬਦ ਵਿਰੋਧਾਰਥਕ, ਜਿਵੇਂ ਆਪਾਂ ਕਰਦੇ ਆ ਨਾ, ਸਮਾਨਾਰਥਕ ਕਰ ਲਓ, ਵਿਰੋਧਾਰਥਕ ਕਰ ਲਓ, ਇਹ ਸਭ ਕਿਹਦੇ ਅੰਦਰ ਦਿੱਤੇ ਗਏ ਨੇ? ਅਰਥ ਬੋਧ ਦੀ ਜਾਣਕਾਰੀ ਦਿੱਤੀ ਗਈ ਹੈ। ਅਰਥ ਬੋਧ ਦੇ ਵਿੱਚ ਇਹਨਾਂ ਦੀ ਜਾਣਕਾਰੀ ਦਿੱਤੀ ਗਈ ਹੈ। ਨੈਕਸਟ ਹੈ, ਕਹਿੰਦੇ ਵਿਆਕਰਨ ਦੇ ਕਿਹੜੇ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਸੰਬੰਧੀ ਜਾਣਕਾਰੀ ਮਿਲਦੀ ਹੈ? ਕਹਿੰਦੇ ਵਿਆਕਰਨ ਦਾ ਉਹ ਕਿਹੜਾ ਭਾਗ ਹੈ ਜਿਸ ਵਿੱਚ ਵਾਕ ਰਚਨਾ ਦੇ ਨਿਯਮਾਂ ਦੀ ਜਾਣਕਾਰੀ ਮਿਲਦੀ ਹੈ? ਤਾਂ ਉਹ ਹੈ ਜੀ ਸਾਡਾ ਵਾਕ ਬੋਧ। ਵਾਕ ਰਚਨਾ, ਵਾਕ ਬੋਧ। ਨੈਕਸਟ ਹੈ, ਕਹਿੰਦੇ ਮਨੁੱਖ ਕਿਹੜੇ ਸਾਧਨ ਰਾਹੀਂ ਆਪਣੇ ਵਿਚਾਰਾਂ, ਮਨੋਭਾਵਾਂ ਨੂੰ ਦੂਸਰਿਆਂ ਨਾਲ ਸਾਂਝਾ ਕਰ ਸਕਦਾ ਹੈ? ਦੇਖੋ, ਮਨੁੱਖ ਇਹ ਸਭ ਨੂੰ ਪਤਾ ਹੋਏਗਾ ਕਿ ਅਸੀਂ ਆਪਣੇ ਮਨ ਦੇ ਭਾਵ ਕਿਸ ਦੇ ਦੁਆਰਾ ਸਾਂਝੇ ਕਰ ਸਕਦੇ ਹਾਂ। ਹੁਣ ਮੋਬਾਈਲ ਫੋਨ ਨਹੀਂ ਲਿਖ ਦੇਣਾ, ਆਨਸਰ ਕੀ ਹੈ? ਭਾਸ਼ਾ ਜਾਂ ਬੋਲੀ। ਠੀਕ ਹੈ, ਮੋਬਾਈਲ ਫੋਨ ਵੀ ਤਾਂ ਹੀ ਯੂਜ਼ਫੁਲ ਹੈ ਜੇ ਅਸੀਂ ਬੋਲ ਸਕਦੇ ਹਾਂ। ਠੀਕ ਹੈ ਜੀ, ਜੇ ਸਾਨੂੰ ਆਪਣੀ ਭਾਸ਼ਾ ਦਾ ਗਿਆਨ ਹੈ। ਸੋ ਆਪਾਂ ਆਪਣੇ ਵਿਚਾਰਾਂ ਨੂੰ, ਮਨ ਦੇ ਭਾਵਾਂ ਨੂੰ ਜੋ ਪ੍ਰਗਟ ਕਰ ਸਕਦੇ ਆ, ਦੂਸਰੇ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਆ, ਉਹ ਕਿਸ ਨਾਲ ਕਰ ਸਕਦੇ ਆ? ਭਾਸ਼ਾ ਜਾਂ ਬੋਲੀ ਦੇ ਨਾਲ ਕਰ ਸਕਦੇ ਆ। ਫਿਰ ਪੁੱਛਿਆ ਗਿਆ, ਕਹਿੰਦੇ ਭਾਸ਼ਾ ਦਾ ਮੂਲ ਰੂਪ ਕੀ ਹੈ? ਤਾਂ ਭਾਸ਼ਾ ਦਾ ਮੂਲ ਰੂਪ ਕੀ ਹੈ? ਮੌਖਿਕ। ਸਭ ਨੂੰ ਪਤਾ ਹੋਏਗਾ ਕਿ ਭਾਸ਼ਾ ਦੋ ਪ੍ਰਕਾਰ ਦੀ ਹੈ, ਇੱਕ ਮੌਖਿਕ ਤੇ ਇੱਕ ਲਿਖਤੀ। ਬਟ ਉਹਦਾ ਮੂਲ ਰੂਪ ਕੀ ਹੈ? ਬੱਚਾ ਸਭ ਤੋਂ ਪਹਿਲਾਂ ਲਿਖਣਾ ਨਹੀਂ ਸਟਾਰਟ ਕਰਦਾ, ਸਭ ਤੋਂ ਪਹਿਲਾਂ ਬੋਲਣਾ ਸਟਾਰਟ ਕਰਦਾ ਹੈ। ਸੋ ਮੂਲ ਰੂਪ ਕੀ ਹੈ ਜੀ? ਮੌਖਿਕ। ਨੈਕਸਟ ਹੈ, ਕਹਿੰਦੇ ਭਾਸ਼ਾ ਕਿਹੜੇ ਦੋ ਪ੍ਰਕਾਰ ਦੀ ਹੁੰਦੀ ਹੈ? ਭਾਸ਼ਾ ਕਹਿੰਦੇ ਇੱਕ ਆਮ ਭਾਸ਼ਾ ਹੁੰਦੀ ਹੈ, ਇੱਕ ਸਾਹਿਤਿਕ ਭਾਸ਼ਾ ਹੁੰਦੀ ਹੈ। ਦੇਖੋ, ਭਾਸ਼ਾ ਦੂਸਰੇ ਤਰੀਕੇ ਨਾਲ ਉਹਦੇ ਦੋ ਰੂਪ ਨੇ, ਕਿਹੜੇ ਕਿਹੜੇ ਨੇ? ਇੱਕ ਹੈਗਾ ਮੌਖਿਕ ਤੇ ਇੱਕ ਲਿਖਤੀ। ਫਿਰ ਪ੍ਰਕਾਰ ਕਿਹੜੀਆਂ? ਉਹ ਦੋ ਪ੍ਰਕਾਰ ਦੀਆਂ ਨੇ, ਇੱਕ ਸਾਹਿਤਿਕ ਤੇ ਇੱਕ ਆਮ ਭਾਸ਼ਾ। ਕਹਿੰਦੇ ਸਾਹਿਤਿਕ ਭਾਸ਼ਾ, ਜਿਵੇਂ ਸਾਹਿਤਿਕ ਭਾਸ਼ਾ ਕੀ ਹੁੰਦੀ ਹੈ? ਜਿਹੜੀ ਆਪਾਂ ਆਪਣੇ ਦਫ਼ਤਰਾਂ ਦੇ ਵਿੱਚ ਯੂਜ਼ ਕਰਦੇ ਹਾਂ। ਫਿਰ ਪੁੱਛਿਆ ਗਿਆ ਕਿ ਸਾਹਿਤਿਕ ਭਾਸ਼ਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਇਸ ਨੂੰ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। ਤਾਂ ਸਾਡੀ ਟਕਸਾਲੀ ਭਾਸ਼ਾ ਕਿਹੜੀ ਹੈ? ਇਹ ਕਦੇ ਵੀ ਨਹੀਂ ਭੁੱਲਣਾ, ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਕਿ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ? ਤਾਂ ਪੰਜਾਬ ਦੀ ਹੈ ਜੀ ਮਾਝੀ, ਜੋ ਆਫਿਸਾਂ ਦੇ ਵਿੱਚ ਯੂਜ਼ ਹੁੰਦੀ ਹੈ। ਨੈਕਸਟ ਹੈ, ਕਹਿੰਦੇ ਅੱਖਰਾਂ, ਭਾਸ਼ਾ ਦੇ ਅੱਖਰਾਂ ਤੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਕਹਿੰਦੇ ਜੋ ਭਾਸ਼ਾ ਦੇ ਅੱਖਰ ਨੇ ਤੇ ਉਹਨਾਂ ਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਲਿਪੀ ਕਿਹਾ ਜਾਂਦਾ ਹੈ। ਠੀਕ ਹੈ, ਲਿਪੀ ਕਿਹਾ ਜਾਂਦਾ ਹੈ। ਤੇ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਹੈ? ਗੁਰਮੁਖੀ ਲਿਪੀ ਹੈ। ਫਿਰ ਹਿੰਦੀ ਦੀ ਵੀ ਪੁੱਛੀ ਜਾ ਸਕਦੀ ਹੈ, ਹਿੰਦੀ ਦੀ ਦੇਵਨਾਗਰੀ ਹੈ। ਫਿਰ ਅੰਗਰੇਜ਼ੀ ਦੀ ਵੀ ਪੁੱਛੀ ਜਾ ਸਕਦੀ ਹੈ, ਅੰਗਰੇਜ਼ੀ ਦੀ ਰੋਮਨ ਲਿਪੀ ਹੈ। ਸੰਸਕ੍ਰਿਤ ਭਾਸ਼ਾ ਦੀ ਲਿਪੀ ਕਿਹੜੀ ਹੈ? ਤਾਂ ਸੰਸਕ੍ਰਿਤ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ। ਤੇ ਪੰਜਾਬੀ ਕਿਹੜੀ ਭਾਸ਼ਾ ਤੋਂ ਲਈ ਗਈ ਹੈ? ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਨੈਕਸਟ ਹੈ, ਕਹਿੰਦੇ ਜਦੋਂ ਕਿਸੇ ਭਾਸ਼ਾ ਦੇ ਅੱਖਰਾਂ ਨੂੰ ਤਰਤੀਬ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਨੂੰ ਕੀ ਕਹਿੰਦੇ ਨੇ? ਕਹਿੰਦੇ ਭਾਸ਼ਾ ਦੇ ਜਿਹੜੇ ਅੱਖਰ ਨੇ, ਜਦੋਂ ਉਹਨਾਂ ਨੂੰ ਤਰਤੀਬ ਦੇ ਵਿੱਚ, ਕਿਸੇ ਸੀਕੁਐਂਸ ਦੇ ਵਿੱਚ ਰੱਖਿਆ ਜਾਂਦਾ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ। ਤੇ ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਨੇ? ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਹਨ? 41 ਅੱਖਰ ਨੇ। ਗੁਰਮੁਖੀ ਲਿਪੀ ਦੇ ਪਹਿਲਾਂ ਕਿੰਨੇ ਅੱਖਰ ਹੁੰਦੇ ਸਨ? 35 ਹੁੰਦੇ ਸਨ, ਤੇ ਜਿਸ ਕਰਕੇ ਇਸ ਨੂੰ 35 ਅੱਖਰੀ ਕਿਹਾ ਜਾਂਦਾ ਸੀ।
ਨੈਕਸਟ ਹੈ ਕਹਿੰਦੇ ਗੁਰਮੁਖੀ ਵਰਨਮਾਲਾ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਕਹਿੰਦੇ ਗੁਰਮੁਖੀ ਵਰਨਮਾਲਾ ਨੂੰ, ਇਹ ਬਹੁਤ ਰੇਅਰ ਪੜਿਆ ਹੋਏਗਾ ਕਿ ਗੁਰਮੁਖੀ ਵਰਨਮਾਲਾ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ, ਤਾਂ ਉਸ ਨੂੰ 8 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਹੁਣ ਆਪਾਂ ਦੇਖਾਂਗੇ ਕਿ ਉਹ ਵਰਗ ਕਿਹੜੇ ਕਿਹੜੇ ਨੇ। ਦੇਖੋ ਊੜੇ ਤੋਂ ਲੈ ਕੇ ਹਾਹੇ ਤੱਕ, ਇਹ ਸਭ ਤੋਂ ਪਹਿਲਾਂ ਜੀ ਮੁੱਖ ਵਰਗ। ਊੜੇ ਤੋਂ ਹਾਹਾ, ਊੜਾ ਐੜਾ ਈੜੀ ਸੱਸਾ ਹਾਹਾ, मतलब कि पहली जो लाइन है उसनू की कहा जाता है, उसनू मूल वर्ग कहा जाता है। ते अंतिम वर्ग जिहड़ा लास्टला अंतला वर्ग होएगा उसनू केड़े वर्ग वाली लाइन नू कहा जाएगा, ये तो लैके डाड़े तक जो अंतला मतलब कि सब तो अखीरला की कहा जाता है, उसनू वर्ग कहा जाता है। नैक्सट है कहते नवीन वर्ग, जो नवी जोड़ी ऐड की होएगी। नवीन वर्ग विच किन्ने अखर हैं, तो नवी जो नवीन है ना, जो पिछे बिंदी वाले अखर लगते हैं, तो किन्ने ने, वो 6 ने। ठीक है, पूछा जा सकता है कित्थों लैके कित्थे तक, तो सस्से पैर बिंदी तो लैके लल्ले पैर बिंदी तक। हुण तुहानूं गिणती भी पूछी जा सकती है, तो शब्द भी टोली भी पूछी जा सकती है। तो गिणती हैगी 6 ते हैगे ने सस्से तो बिंदी तो लैके लल्ले तक बिंदी तक। नैक्सट है धुनियां किन्नी किस्म दियां हुंदियां हन, तां तुहानूं पता होना चाहिए है जी धुनियां 2 तरीके दियां हुंदियां ने। किहड़ियां किहड़ियां? स्वर ते व्यंजन। सो धुनियां किन्ने तरीके दियां हुंदियां? 2 तरीके दियां हुंदियां। एक हुंदे ने जी स्वर ते दूसरे हुंदे ने साडे व्यंजन। नैक्सट है कहंदे ओ धुनियां जिन्हां नूं बोलण समय उच्चारण समय अंग कोई रुकावट ना करे। ठीक है, कहंदे जिन्हां नूं बोलण समय, ठीक है, जां उच्चारण समय कोई किसी तरीके की कोई रुकावट ना होवे, सिर्फ असी बोल सकीए, उसनूं कोई रोकना ना पवे, साह ना रोकना पवे, ठीक है, कुछ ना करना पवे, वो किहड़े हुंदे ने? स्वर। ते स्वर किन्ने तरीके दे हुंदे ने? 3 तरीके दे हुंदे ने। किहड़े? धुनियां 2 तरीके दियां, स्वर ते व्यंजन। स्वर किहड़े हुंदे ने? जिन्हां नूं बोलण लग्गिआ साह ना रुके। ठीक है, किहड़ियां किहड़ियां ने? कोई रुकावट ना आवे, ऊड़ा ऐड़ा ईड़ी। सो 3 ने साडियां स्वर धुनियां। ठीक है, ते साडी स्वर धुनियां पूछा गया कि सॉरी स्वर धुनियां नहीं, स्वर अखर। स्वर अखर ने जी साडे कोल 3 किहड़े किहड़े ने? ऊड़ा ऐड़ा ते ईड़ी। ते फिर कहा गया स्वर धुनियां किन्नियां ने? 10 ने जी साडियां। ठीक है जी, व्यंजन अखर किन्ने? बाकी जिन्ने बच गए वो किने? व्यंजन वो किहड़े ने? 38 ने। ठीक है, 38 ने। कहंदे ਜਿਹੜੇ ਅੱਖਰਾਂ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਵਿੱਚੋਂ ਨਿਕਲੇ ਉਹਨਾਂ ਵਿਅੰਜਨਾਂ ਨੂੰ ਕਿਹੜੇ ਕਿਹਾ ਜਾਂਦਾ ਹੈ? ਉਹਨਾਂ ਨੂੰ ਅਨੁਨਾਸਿਕ ਵਿਅੰਜਨ ਕਿਹਾ ਜਾਂਦਾ ਹੈ। ਤੇ ਅਨੁਨਾਸਿਕ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਅਨੁਨਾਸਿਕ ਨੇ? 5। ਇਹ ਵੀ ਪੁੱਛਿਆ ਜਾ ਸਕਦਾ ਹੈ। ਕਿਹੜੇ ਕਿਹੜੇ ਨੇ? ਅੰਗਾ, ਈ, ਇੰਗਾ, ਨਾਣਾ, ਨੰਨਾ ਤੇ ਮੰਮਾ, ਜਿਨ੍ਹਾਂ ਨੂੰ ਬੋਲਣ ਸਮੇਂ ਨੱਕ ਦੇ ਵਿੱਚੋਂ ਆਵਾਜ਼ ਆਵੇ। ਠੀਕ ਹੈ, ਉਹ ਕਿਹੜੇ ਹੁੰਦੇ ਨੇ? ਅਨੁਨਾਸਿਕ ਹੁੰਦੇ ਨੇ। ਤੇ ਸਾਡੀ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਨੇ? 5 ਨੇ। ਗੁਰਮੁਖੀ ਲਿਪੀ ਦੇ ਵਿੱਚ ਸਵਰ ਅੱਖਰ ਕਿੰਨੇ ਨੇ? ਉਹਨੇ ਜੀ 3। ਠੀਕ ਹੈ, ਵਿਅੰਜਨ ਕਿੰਨੇ ਨੇ? 38 ਨੇ ਜੀ। ਸੋ ਨੈਕਸਟ ਹੈ ਕਹਿੰਦੇ ਦੁੱਤ ਅੱਖਰ ਕਿੰਨੇ ਅੱਖਰਾਂ ਦੇ ਮੇਲ ਤੋਂ ਬਣਦਾ ਹੈ? ਕਹਿੰਦੇ ਜਿਹੜਾ ਦੁੱਤ ਅੱਖਰ ਹੈ ਉਹ ਕਿੰਨੇ ਅੱਖਰਾਂ ਦੇ ਮੇਲ ਤੋਂ ਬਣਦਾ ਹੈ? ਤਾਂ ਉਹ ਬਣਦਾ ਹੈ ਸਾਡੇ 2 ਅੱਖਰਾਂ ਤੋਂ। ਤੇ ਦੁੱਤ ਅੱਖਰ ਕਿੱਥੇ ਲਿਖੇ ਜਾਂਦੇ ਨੇ? ਸਭ ਨੂੰ ਪਤਾ ਹੈ ਕਿ ਸਾਡੇ ਕਿੰਨੇ ਦੁੱਤ ਅੱਖਰ ਨੇ? 3 ਨੇ। ਤੇ ਲਿਖੇ ਕਿੱਥੇ ਜਾਂਦੇ ਨੇ? ਜਿਹੜੇ ਪੈਰ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। 2 ਅੱਖਰਾਂ ਦੇ ਸੁਮੇਲ ਤੋਂ ਇਹ ਬਣਦਾ ਹੈ, ਕਿਉਂਕਿ ਇੱਕ ਉਹ ਅੱਖਰ ਜਿਸ ਦੇ ਪੈਰ ਦੇ ਵਿੱਚ ਉਸਨੇ ਪੈਣਾ ਹੈ। ਸੋ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਦੁੱਤ ਅੱਖਰ ਨੇ ਜਿਹੜੇ ਪੈਰਾਂ ਦੇ ਵਿੱਚ ਪੈਂਦੇ ਨੇ? ਉਹ ਹੈਗੇ ਨੇ ਜੀ 3, ਹਾਹਾ, ਰਾਰਾ ਤੇ ਵਵਾ। ਕਹਿੰਦੇ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਕਹਿੰਦੇ ਸਵਰ ਧੁਨੀਆਂ, ਜੋ ਸਵਰ ਧੁਨੀਆਂ ਨੇ ਜਿਨ੍ਹਾਂ ਨੂੰ ਬੋਲਣ ਸਮੇਂ ਮੂੰਹ ਦੇ ਵਿੱਚ ਆਵਾਜ਼ ਨੂੰ ਬੋਲਣ ਸਮੇਂ ਕੋਈ ਰੁਕਾਵਟ ਨਾ ਆਵੇ, ਉਹਨਾਂ ਨੂੰ ਸਵਰ ਧੁਨੀਆਂ ਕਿਹਾ ਜਾਂਦਾ ਹੈ। ਤੇ ਕਹਿੰਦੇ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਲਗਾ ਕਿਹਾ ਜਾਂਦਾ ਹੈ। ਕਹਿੰਦੇ ਕੀ ਅੱਖਰਾਂ ਤੋਂ ਬਿਨਾਂ ਲਗਾ ਦੀ ਵਰਤੋਂ ਕੀਤੀ ਜਾ ਸਕਦੀ ਹੈ? ਜੇ ਕੋਈ ਅੱਖਰ ਹੀ ਨਾ ਹੋਵੇ ਕੀ ਅਸੀਂ ਉੱਥੇ ਕੋਈ ਲਗਾ ਲਗਾ ਸਕਦੇ ਹਾਂ? ਬਿਲਕੁਲ ਨਹੀਂ। ਨੈਕਸਟ ਹੈ ਕਹਿੰਦੇ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਹਨ? ਮੁਕਤੇ ਨੂੰ ਮਿਲਾ ਕੇ ਗੁਰਮੁਖੀ ਲਿਪੀ ਦੇ ਵਿੱਚ 10 ਲਗਾ ਨੇ। ਕਿੰਨੀਆਂ ਨੇ? 10 ਲਗਾ ਨੇ। ਤੇ ਜੇ ਅਗਰ ਲਗਾ ਅੱਖਰ ਪੁੱਛਿਆ ਜਾਵੇ, ਪਹਿਲਾਂ ਆਪਾਂ ਪੜਿਆ ਸੀ ਕਿ ਲਗਾ ਅੱਖਰ, ਤਾਂ ਲਗਾ ਅੱਖਰ ਨੇ ਸਾਡੇ 3। ਠੀਕ ਹੈ, ਬਿੰਦੀ, ਟਿੱਪੀ ਤੇ ਅੱਧਕ ਸਾਡੇ ਕੀ ਨੇ? ਲਗਾ ਅੱਖਰ। ਕਹਿੰਦੇ ਮੁਕਤਾ ਲਗ ਕਿਹੜੇ ਸਵਰ ਨੂੰ ਪ੍ਰਗਟ ਕਰਦਾ ਹੈ? ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਕਹਿੰਦੇ ਮੁਕਤਾ, ਕਹਿੰਦੇ ਮੁਕਤਾ ਕੋਈ ਲਗ ਨਹੀਂ ਹੈ। ਕਹਿੰਦੇ ਕਿਹੜੇ ਅੱਖਰ ਨੂੰ ਪ੍ਰਗਟ ਕਰਦਾ ਹੈ? ਤਾਂ ਉਹ ਕਰਦਾ ਆੜਾ। ਠੀਕ ਹੈ ਜੀ। ਨੈਕਸਟ ਹੈ ਕਹਿੰਦੇ ਅੱਖਰਾਂ ਦੇ ਅਤੇ ਲਗ ਦੇ ਮੇਲ ਨੂੰ ਕੀ ਕਿਹਾ ਜਾਂਦਾ ਹੈ? ਕਹਿੰਦੇ ਜਦੋਂ ਅੱਖਰ
ਅੱਖਰ ਤੇ ਲਗ ਦੋਨੋਂ ਮਿਲ ਜਾਣ ਤਾਂ ਉਹਨਾਂ ਨੂੰ ਲਗਾ ਅੱਖਰ ਕਿਹਾ ਜਾਂਦਾ ਹੈ। ਸਾਡੀ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਲਗਾ ਅੱਖਰ ਨੇ? ਸਾਡੀ ਗੁਰਮੁਖੀ ਲਿਪੀ ਦੇ ਵਿੱਚ 3 ਲਗਾ ਅੱਖਰ ਨੇ। ਕਿਹੜੇ ਕਿਹੜੇ? ਬਿੰਦੀ, ਟਿੱਪੀ ਤੇ ਅੱਧਕ। ਕਹਿੰਦੇ ਬਿੰਦੀ, ਫਿਰ ਇਹ ਵੀ ਪੁੱਛਿਆ ਜਾ ਸਕਦਾ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀ ਹੈ? ਤਾਂ ਬਿੰਦੀ ਦੀ ਵਰਤੋਂ 6 ਲਗਾ ਦੇ ਨਾਲ ਹੁੰਦੀ ਹੈ। ਟਿੱਪੀ ਦੀ ਵਰਤੋਂ ਇਹ ਯਾਦ ਰੱਖਣਾ ਵੀ ਬਿੰਦੀ ਸਭ ਤੋਂ ਜ਼ਿਆਦਾ ਪਾਵਰਫੁਲ ਹੈ ਜਿਹੜੀ 6 ਨੂੰ ਲੱਗਦੀ ਹੈ, ਤੇ ਅੱਗੇ ਪੁੱਛਿਆ ਗਿਆ ਕਿ ਟਿੱਪੀ ਕਿੰਨਿਆਂ ਨੂੰ ਲੱਗਦੀ ਹੈ? ਟਿੱਪੀ 4 ਨੂੰ ਲੱਗਦੀ ਹੈ। ਠੀਕ ਹੈ, ਹੁਣ ਅੱਧਕ, ਤੀਸਰਾ ਲਗਾ ਅੱਖਰ ਕਿਹੜਾ ਸੀ? ਅੱਧਕ। ਕਹਿੰਦੇ ਅੱਧਕ ਦੀ ਵਰਤੋਂ ਨਾਲ ਕਿਸੇ ਅੱਖਰ ਦੀ ਆਵਾਜ਼ ਕਿੰਨੀ ਹੋ ਜਾਂਦੀ ਹੈ? ਤਾਂ ਅੱਧਕ ਹੁੰਦਾ ਜ਼ਿਆਦਾ ਜ਼ੋਰ ਦੇਣ ਵਾਲਾ, ਤਾਂ ਦੁੱਗਣੀ ਹੋ ਜਾਂਦੀ ਹੈ। ਦੇਖੋ ਸਭ ਤੋਂ ਪਾਵਰਫੁਲ ਹੈ ਸਾਡੀ ਕਿਹੜੀ? ਬਿੰਦੀ, ਜਿਹੜੀ 6 ਦੇ ਨਾਲ ਲੱਗਦੀ ਹੈ। ਉਸ ਤੋਂ ਘੱਟ ਪਾਵਰਫੁਲ ਹੈ ਜੀ ਸਾਡਾ ਕੀ ਹੈ? ਦੂਸਰੀ ਟਿੱਪੀ, ਟਿੱਪੀ 4 ਦੇ ਨਾਲ ਲੱਗਦੀ ਹੈ। ਤੇ ਸਭ ਤੋਂ ਘੱਟ ਪਾਵਰਫੁਲ ਹੈ ਸਾਡਾ ਅੱਧਕ, ਬਟ ਆਵਾਜ਼ ਨੂੰ ਕਰਦਾ ਉਹ ਦੁੱਗਣੀ, ਉਹ ਲੱਗਦਾ 3 ਦੇ ਨਾਲ। ਠੀਕ ਹੈ, 3 ਲਗਾ ਦੇ ਨਾਲ ਲੱਗਦਾ। ਮੂਲ ਰੂਪ ਵਿੱਚ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਕਹਿੰਦੇ ਮੂਲ ਰੂਪ ਵਿੱਚ ਅਗਰ ਸ਼ਬਦ ਪੁੱਛੇ ਜਾਣ ਤਾਂ 2 ਤਰੀਕੇ ਦੇ ਸ਼ਬਦ ਹੁੰਦੇ ਨੇ। ਕਿਹੜੇ? ਇੱਕ ਹੁੰਦੇ ਨੇ ਜੀ ਸਾਰਥਕ ਤੇ ਇੱਕ ਹੁੰਦੇ ਨੇ ਸਾਡੇ ਨਿਰਾਰਥਕ। ਸੋ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਮੂਲ ਰੂਪ ਵਿੱਚ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 2 ਪ੍ਰਕਾਰ ਦੇ ਹੁੰਦੇ ਨੇ, ਸਾਰਥਕ ਤੇ ਨਿਰਾਰਥਕ ਸ਼ਬਦ। ਨੈਕਸਟ ਹੈ ਕਹਿੰਦੇ ਵਰਤੋਂ ਦੇ ਆਧਾਰ ਤੇ ਸਾਰਥਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਕਹਿੰਦੇ ਜੇ ਆਪਾਂ ਉਹਦਾ ਯੂਜ਼ ਦੇਖਿਆ ਜਾਵੇ ਤਾਂ ਉਸ ਆਧਾਰ ਦੇ ਉੱਤੇ ਜੋ ਸਾਰਥਕ ਸ਼ਬਦ ਨੇ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਉਹ ਹੁੰਦੇ ਨੇ ਜੀ 8 ਪ੍ਰਕਾਰ ਦੇ। ਕਿਹੜੇ ਕਿਹੜੇ? ਜਿਨ੍ਹਾਂ ਨੂੰ ਅੱਗੇ ਆਪਾਂ ਪੜਾਂਗੇ। ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ। ਸੋ ਵਰਤੋਂ ਦੇ ਆਧਾਰ ਦੇ ਉੱਤੇ ਜੋ ਸਾਡੇ ਸ਼ਬਦ ਨੇ, ਦੇਖੋ ਸ਼ਬਦ ਹੋ ਗਏ ਇੱਕ ਸਾਰਥਕ ਤੇ ਇੱਕ ਹੋ ਗਏ ਨਿਰਾਰਥਕ। ਜੇ ਅਗਰ ਪੁੱਛਿਆ ਜਾਵੇ ਵਰਤੋਂ ਦੇ ਆਧਾਰ ਤੇ ਤਾਂ ਸਾਰਥਕ ਸ਼ਬਦ 8 ਪ੍ਰਕਾਰ ਦੇ ਹੁੰਦੇ ਨੇ। ਸੋ ਨੈਕਸਟ ਹੈ ਕਹਿੰਦੇ ਨਾਂਵ ਕਿਸ ਦਾ ਬੋਧ ਕਰਵਾਉਂਦੇ ਨੇ? ਦੇਖੋ ਇਹ ਇੱਕ ਮੋਟੀ ਮੋਟੀ ਰਿਵੀਜ਼ਨ ਹੈ, ਠੀਕ ਹੈ, ਕਿ ਕੀ ਨੇ। ਜੇ ਤੁਹਾਨੂੰ ਤੁਸੀਂ ਡਿਟੇਲ ਦੇ ਵਿੱਚ ਨਹੀਂ ਪੜ੍ਹਿਆ ਤਾਂ ਵੀ ਤੁਸੀਂ ਆਨਸਰ ਅੱਛੇ ਤਰੀਕੇ ਨਾਲ ਕਰ ਸਕਦੇ ਹੋ। ਸੋ ਨਾਂਵ ਕਿਸ ਦਾ ਬੋਧ ਕਰਵਾਉਂਦੇ ਨੇ? ਕਹਿੰਦੇ ਉਹ ਸ਼ਬਦ ਜਿਹੜੇ ਕਿਸੇ ਵਸਤੂ, ਸਥਾਨ, ਹਾਲਤ, ਗੁਣ ਆਦਿ ਦਾ ਭਾਵ ਕਰਵਾਉਣ, ਉਹਨਾਂ ਨੂੰ ਨਾਂਵ ਕਿਹਾ ਜਾਂਦਾ ਹੈ। ਨਾਂਵ ਦੀਆਂ ਕਿਸਮਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ 5 ਹੁੰਦੀਆਂ ਨੇ, ਤੇ ਉਹ ਕਿਹੜੀਆਂ ਕਿਸਮਾਂ ਤੇ ਨੇ? ਆਮ ਨਾਮ, ਖਾਸ ਨਾਮ, ਵਸਤੂਵਾਚਕ ਨਾਮ, ਇਕੱਠਵਾਚਕ ਨਾਮ ਤੇ ਭਾਵਵਾਚਕ ਨਾਮ। ਹੁਣ ਤੁਹਾਨੂੰ ਕੁਐਸਚਨ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਨਾਂਵ ਦੀਆਂ ਕਿੰਨੀਆਂ ਕਿਸਮਾਂ ਨੇ, ਤੇ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਨਾਂਵ ਦੀ ਕਿਹੜੀ ਕਿਹੜੀ ਕਿਸਮ ਹੈਗੀ ਹੈ, ਤੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਹੈ ਜਿਹੜੀ ਨਾਂਵ ਦੀ ਕਿਸਮ ਨਹੀਂ ਹੈ। ਸੋ ਆਮ ਨਾਮ, ਖਾਸ ਨਾਮ, ਵਸਤੂਵਾਚਕ ਨਾਮ, ਇਕੱਠਵਾਚਕ ਨਾਮ ਤੇ ਭਾਵਵਾਚਕ ਨਾਮ, ਇਹ ਕੀ ਨੇ? ਸਾਡੀਆਂ ਨਾਂਵ ਦੀਆਂ 5 ਕਿਸਮਾਂ ਹਨ। ਨੈਕਸਟ ਹੈ ਕਹਿੰਦੇ ਆਮ ਨਾਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਮ ਨਾਮ ਨੂੰ ਜਾਤੀਵਾਚਕ ਨਾਮ ਵੀ ਕਿਹਾ ਜਾਂਦਾ ਹੈ, ਖਾਸ ਵਾਚਕ ਨਾਮ ਨੂੰ ਨਿਜਵਾਚਕ ਨਾਮ ਕਿਹਾ ਜਾਂਦਾ ਹੈ, ਤੇ ਜਿਹੜਾ ਨਾਮ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਦਾ ਬੋਧ ਕਰਵਾਉਣ ਉਸ ਨੂੰ ਆਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ। ਨਾਮ ਦੇ ਜਿਸ ਰੂਪ ਤੋਂ ਜਨਾਨੇ ਮਰਦਾਵੇ ਦਾ ਭੇਤ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ? ਲਿੰਗ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਲਿੰਗ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਨੇ? 2, ਲਿੰਗ ਤੇ ਪੁਲਿੰਗ। ਇੱਕ ਇਸਤਰੀ ਲਿੰਗ ਤੇ ਦੂਸਰਾ ਪੁਲਿੰਗ ਜੋ ਪੁਰਸ਼ ਲਈ ਰਿਪਰੈਜ਼ੈਂਟ ਹੋਵੇ। ਸੋ ਕਹਿੰਦੇ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਨਾਮ ਦੇ ਇੱਕ ਜਾਂ ਵੱਧ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਵਚਨ ਕਿਹਾ ਜਾਂਦਾ ਹੈ। ਕਹਿੰਦੇ ਵਚਨ ਕਿੰਨੀ ਪ੍ਰਕਾਰ ਦੇ ਹੁੰਦੇ ਨੇ? 2 ਪ੍ਰਕਾਰ ਦੇ, ਇੱਕ ਵਚਨ ਤੇ ਬਹੁਵਚਨ। ਸੋ ਨੈਕਸਟ ਹੈ ਕਹਿੰਦੇ ਕਿਸੇ ਵਾਕ ਦੇ ਪੈਰ ਵਿੱਚ ਨਾਮ ਦੀ ਦੁਹਰਾਈ ਨੂੰ ਰੋਕਣ ਲਈ ਨਾਮ ਦੀ ਮਤਲਬ ਇੱਕ ਕਿਸੇ ਕੋਈ ਆਪਾਂ ਲੇਖ ਲਿਖ ਰਹੇ ਹਾਂ ਉਹਦੇ ਚ ਵਾਰ-ਵਾਰ ਇੱਕ ਹੀ ਨਾਮ ਦੀ ਰੈਪੀਟੀਸ਼ਨ ਨੂੰ ਰੋਕਣ ਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਪੜਨਾਂਵ ਯੂਜ਼ ਕਰਦੇ ਹਾਂ। ਪੜਨਾਂਵ ਕਿੰਨੇ ਤਰੀਕੇ ਦੇ ਹੁੰਦੇ ਨੇ ਜੀ? 6 ਤਰੀਕੇ ਦੇ ਹੁੰਦੇ ਨੇ ਪੜਨਾਂਵ। ਤੇ ਪੜਨਾਂਵ ਦੀ ਕੋਈ ਉਦਾਹਰਨ ਲੈ ਕੇ ਦੇਖ ਲਓ, ਮੈਂ, ਅਸੀਂ, ਤੁਸੀਂ, ਉਹ, ਇਹ ਸਭ ਕੀ ਨੇ? ਪੜਨਾਂਵ ਨੇ। ਪੜਨਾਂਵ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ? 6 ਹੁੰਦੀਆਂ ਨੇ। ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਜੀ? ਪੁਰਖਵਾਚਕ ਪੜਨਾਂਵ, ਨਿਜਵਾਚਕ, ਨਿਸ਼ਚੈਵਾਚਕ, ਨਿਸ਼ਚੈਵਾਚਕ ਸੰਬੰਧ ਤੇ ਪ੍ਰੇਸ਼ਨਵਾਚਕ ਪੜਨਾਂਵ। 6 ਤਰੀਕੇ ਦੇ ਹੁੰਦੇ ਨੇ। ਪੁਰਖਵਾਚਕ ਪੜਨਾਂਵ ਕਿੰਨੇ ਤਰੀਕੇ ਦੇ ਹੁੰਦੇ ਨੇ ਜੀ? ਪੁਰਖਵਾਚਕ ਪੜਨਾਂਵ ਹੁੰਦੇ ਨੇ 3, ਤੇ ਉਹ 3 ਪੁਰਖਵਾਚਕ ਪੜਨਾਂਵ ਕਿਹੜੇ ਹੁੰਦੇ ਨੇ ਜੀ? ਉਹ ਹੁੰਦੇ ਨੇ ਸਾਡਾ ਉੱਤਮ ਪੁਰਖ, ਮੱਧਮ ਪੁਰਖ ਤੇ ਅਨਿਆ ਪੁਰਖ। ਇੱਥੋਂ ਕੁਐਸਚਨ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ। ਉੱਤਮ ਪੁਰਖ ਜਾਂ ਪਹਿਲਾ ਪੁਰਖ ਕੌਣ ਹੁੰਦਾ ਹੈ? ਜੋ ਗੱਲ ਕਰ ਰਿਹਾ ਹੁੰਦਾ ਹੈ। ਮੱਧਮ ਪੁਰਖ ਜਿਸ ਨਾਲ ਗੱਲਬਾਤ ਹੋ ਰਹੀ ਹੈ, ਤੇ ਅਨਿਆ ਪੁਰਖ ਜਿਸ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਸੋ ਇਸ ਦੇ ਨਾਲ ਸਾਡਾ ਇੱਕ ਪਾਰਟ ਹੈ ਜੋ ਸਾਡੀ ਗ੍ਰਾਮਰ ਦਾ, ਠੀਕ ਹੈ, ਉਹ ਕੰਪਲੀਟ ਹੁੰਦਾ ਹੈ। ਬਾਕੀ ਨੂੰ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਕੰਟੀਨਿਊ ਕਰਾਂਗੇ। ਜੇ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਸੋ ਮਚ। ਮਿਲਦੇ ਹਾਂ
ਨੈਕਸਟ ਵੀਡੀਓ ਦੇ ਵਿੱਚ।